औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तकीन अस्सलातु वस्सलामु अला रसूलिहिल करीम। दोस्तों अस्सलामु अलैकुम। मैं डॉक्टर नसीर कालों हाज़र CNP न्यूज़ तो काफ़ी दिनों तो बाद अज तुहाडी खिदमत च हाज़र हो रहा ते अज टॉपिक जिस ते गल करनी आ वो है पीका एक्ट। बल्कि ਮੈਨੂੰ याद आ गया मेरा बेटा छोटा जिहा हुंदा सी ना ਉਹ ਪੀਗਾ ਕਹਿੰਦਾ ਹੁੰਦਾ। ਪੀਗਾ ਪੀਗਾ ਕਿਹਨੂੰ ਕਹਿੰਦਾ ਸੀ? ਉਹ ਜਿਹੜੇ ਹੁੰਦੇ ਨਾ ਕਿਸੇ ਨੂੰ ਭੈੜਾ ਕਹਿਣਾ ਤੇ ਉਹ ਇੱਥੇ ਦੋਸਤਾ ਬਾਪ ਕਹਿੰਦੇ ਨੇ ਉਹ ਭੈੜਾ ਬੰਦਾ ਵੇ ਤੇ ਉਹਨੂੰ ਕਹਿਣਾ ਇਹ ਪੀਗਾ ਸ਼ੱਕ ਆ, ਯਾਨੀ ਭੈੜਾ ਸ਼ਖਸ ਆ। ਇਹ ਜਿਹੜਾ ਪੀਕਾ ਐਕਟ ਨਾ ਇਹ ਵੀ ਇੱਕ ਕਿਸਮ ਦਾ ਪੀਗਾ ਐਕਟ ਆ, ਯਾਨੀ ਭੈੜਾ ਐਕਟ ਆ। ਮੈਨੂੰ ਯਾਦ ਆ ਗਿਆ ਇੱਕ ਲਤੀਫਾ ਛੋਟਾ ਜਿਹਾ ਕਿ ਅੱਜ ਕੱਲ ਜਿਹੜੇ ਗਵਰਨਮੈਂਟ ਦੇ ਅਲਾਈਨਡ ਜਾਂ ਗਵਰਨਮੈਂਟ ਦੇ ਖਰੀਦੇ ਹੋਏ ਜਾਂ ਗਵਰਨਮੈਂਟ ਦੇ ਅਟੈਚਡ ਜਿੰਨੇ ਵੀ ਹੈ ਜਰਨਲਿਸਟ ਨੇ ਜਾਂ ਨਾਮਨਗਾਰ ਨੇ ਜਾਂ ਜੋ ਵੀ ਤੁਸੀਂ ਉਹਨੂੰ ਕਹਿ ਲਓ, ਉਹਨਾਂ ਤੋਂ ਇਲਾਵਾ ਜਿਹੜੇ ਜੈਨੂਅਨ ਲੋਕ ਨੇ ਔਰ ਜਿਹੜੇ ਗੈਰ ਜਾਨਬਦਾਰ ਲੋਕ ਨੇ, ਜਿਹੜੇ ਕਾਨੂੰਨ ਨੂੰ ਸਮਝਦੇ, ਕਾਨੂੰਨ ਤੇ ਗੱਲ ਕਰਦੇ ਨੇ, ਵਾਕਈ ਉਹਨਾਂ ਵਾਸਤੇ ਇੱਕ ਪ੍ਰੋਬਲਮ ਹੈ ਇਹਦੇ ਵਿੱਚ। ਇਸ ਵਾਸਤੇ ਕਿ ਇਸ ਐਕਟ ਨੂੰ ਕਾਨੂੰਨ ਨੂੰ ਬਤੌਰੇ ਕਾਨੂੰਨ ਇਸਤੇਮਾਲ ਨਹੀਂ ਕੀਤਾ ਜਾਂਦਾ, ਬਲਕਿ ਸਾਡੇ ਮੁਲਕ 'ਚ ਤੁਸੀਂ ਦੇਖ ਲਓ ਨਾ, ਹਰ ਕਾਨੂੰਨ ਜਿਹੜਾ ਉਹਨੂੰ ਬਤੌਰੇ ਕਾਨੂੰਨ ਔਰ ਹਕੀਕਤਨ ਉਹਨੂੰ ਇਸਤੇਮਾਲ ਨਹੀਂ ਕੀਤਾ ਜਾਂਦਾ, ਬਲਕਿ ਜ਼ੋਰ ਦੇ ਮੁਤਾਬਕ ਇਸਤੇਮਾਲ ਕੀਤਾ ਜਾਂਦਾ। ਕਿ ਜਦੋਂ ਕਿਸੇ ਨੂੰ ਫੜਨਾ ਵਾ, ਕਿਸੇ ਨੂੰ ਕੱਪਣਾ ਵਾ, ਕਿਸੇ ਨੂੰ ਟੁਕਣਾ ਵਾ, ਕਿਸੇ ਨੂੰ ਚੁੱਕਣਾ ਵਾ, ਤੇ ਉਹ ਕਾਨੂੰਨ ਕੋਈ ਨਾ ਕੋਈ ਉਹਦਾ ਆਸਰਾ ਲੈ ਕੇ ਤੇ ਅੱਗੇ ਕੰਮ ਸ਼ੁਰੂ ਹੋ ਜਾਂਦਾ। ਮੈਨੂੰ ਇੱਕ ਲਤੀਫਾ ਯਾਦ ਆ ਗਿਆ ਤੇ ਕਿ ਇੱਕ ਕਲਾਸ ਦਾ ਸਟੂਡੈਂਟ ਸੀ, ਰਫੀਕ ਉਹਦਾ ਨਾਂ ਸੀ, ਉਹਨੂੰ ਫੀਕਾ ਕਹਿੰਦੇ ਹੁੰਦੇ ਸੀ। ਜਿਸ ਤਰ੍ਹਾਂ ਪੀਕਾ ਨਾ, ਉਹਦਾ ਨਾਂ ਫੀਕਾ ਸੀਗਾ। ਤੇ ਉਹਦਾ ਇਸ ਤਰ੍ਹਾਂ ਹੋਣਾ ਕਿ ਜਿਹੜੀ ਵੀ ਕੋਈ ਸ਼ਰਾਰਤ ਹੋਣੀ ਸਕੂਲ ਦੇ ਅੰਦਰ, ਕਲਾਸ ਦੇ ਅੰਦਰ ਜਾਂ ਕਿਸੇ ਜਗ੍ਹਾ ਤੇ ਵੀ, ਉਹ ਫੀਕੇ ਵਿਚਾਰੇ ਦਾ ਨਾਂ ਲੱਗ ਜਾਣਾ। ਇੱਕ ਦਿਨ ਉਹ ਕਲਾਸ 'ਚ ਬੈਠਾ ਸੀ, ਫੀਕਾ ਆਪਣੇ ਕਲਾਸ ਹੋਣ ਡਈ ਸੀ, ਟੀਚਰ ਪੜ੍ਹਾਉਣ ਡਿਆ ਸੀ ਤੇ ਬਾਹਰੋਂ ਇੱਕ ਟੀਚਰ ਆਇਆ ਦੂਸਰਾ ਉਸੇ ਸਕੂਲ ਦਾ। ਉਹਨੇ ਆਣ ਕੇ ਉਹ ਟੀਚਰ ਨਾਲ ਗੱਲ ਕਰਨੀ ਸ਼ੁਰੂ ਕਰਤੀ, ਮਾਸਟਰ ਸਾਹਿਬ ਬਾਹਰ ਬੜਾ ਵੱਡਾ ਐਕਸੀਡੈਂਟ ਹੋਇਆ, ਉਹ 'ਚ 2-3 ਲੋਕ ਮਰ ਗਏ ਨੇ ਤੇ ਬਹੁਤ ਜ਼ਖਮੀ ਹੋਏ ਨੇ। ਅੱਛਾ, ਉਹਨੇ ਜੇ ਗੱਲ ਕੀਤੀ ਆ ਤਾਂ ਫੀਕਾ ਵਿਚਾਰਾ ਉੱਠਿਆ, ਉੱਠ ਕੇ ਜਾ ਕੇ ਤੇ ਉਹਨੇ ਕੰਨ ਫੜ ਲਏ। ਉਹ ਮਾਸਟਰ ਸਾਹਿਬ ਕਹਿਣ ਲੱਗੇ, ਤੈਨੂੰ ਕੀ ਹੋਇਆ, ਤੂੰ ਕੰਨ ਕਿਉਂ ਫੜ ਲਿਆ? ਉਹਨੇ ਕਿਹਾ, ਜਨਾਬ ਇਹ ਜਿਹੜਾ ਐਕਸੀਡੈਂਟ ਹੋਇਆ ਵੀ ਮੇਰੇ ਨਾਲ ਹੀ ਤੁਸੀਂ ਆਉਣਾ ਤੇ ਮੈਨੂੰ ਡੰਡੇ ਮਾਰਨੇ ਨੇ, ਤੇ ਮੈਂ ਕਿਹਾ ਮੈਂ ਪਹਿਲੇ ਕੰਨ ਫੜਨਾ ਤੁਹਾਡੇ ਕਹਿਣ ਤੋਂ ਪਹਿਲੇ ਹੀ। ਯਾਨੀ ਇਹ ਪੀਕਾ, ਫੀਗਾ ਤੇ ਜਿੰਨੇ ਫੀਕੇ ਨੇ, ਇਹ ਸਭ ਇੱਕੋ ਕੈਟਾਗਰੀ ਦੀ ਚੀਜ਼ਾਂ ਨੇ ਔਰ ਸਾਰੇ ਲੋਕਾਂ ਨੂੰ ਖਰਾਬ ਕਰਨ, ਬਲੈਕਮੇਲ ਕਰਨ ਵਾਸਤੇ ਬਣਾਏ ਜਾ ਰਹੇ ਨੇ। ਦੋਸਤੋ, ਤੁਸੀਂ ਬੜੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਬਾਜ਼ ਔਕਾਤ ਇਨਸਾਨ ਆਪਣੇ ਰਿਸੋਰਸਸ ਨਾਲ ਜਾਂ ਆਪਣੇ ਸੋਰਸਸ ਨਾਲ, ਦੋ ਹੀ ਚੀਜ਼ਾਂ ਨਾ, ਜਾਂ ਰਿਸੋਰਸਸ ਜਾਂ ਸੋਰਸਸ, ਉਹਦੇ ਨਾਲ ਕੋਈ ਖਬਰ ਲੈਂਦਾ ਜਾਂ ਕੋਈ ਇਤਲਾਹ ਲੈਂਦਾ ਜਾਂ ਕੋਈ ਇਨਫੋਰਮੇਸ਼ਨ ਲੈਂਦਾ, ਅੱਗੇ ਉਹਨੂੰ ਦੋਸਤਾਂ ਨਾਲ ਸ਼ੇਅਰ ਕਰ ਲੈਂਦਾ। ਹੁਣ ਸ਼ੇਅਰ ਕਰਨ ਦੇ ਦੋ ਤਰੀਕੇ ਨੇ। ਇੱਕ ਤੇ ਹੈ ਕਿ ਤੁਸੀਂ ਆਪਣੇ ਅਗਰ ਚੈਨਲ ਬਣਾਇਆ ਹੋਵੇ ਉਹਦੇ ਉੱਤੇ ਜਾ ਕੇ ਤੇ ਸ਼ੇਅਰ ਕਰ ਲਓ, ਜਾਂ ਤੁਸੀਂ ਉਹ ਅਖਬਾਰ 'ਚ ਦੇ ਖਬਰ ਦੇ ਦਿਓ ਜਾਂ TV ਤੇ ਖਬਰ ਚਲਾ ਦਿਓ। ਦੋ ਤਿੰਨ ਤਰੀਕੇ ਨਾ, ਇਹੀ ਤਰੀਕੇ ਹੈ ਇਹਦੇ ਚੱਲਦਾ। ਹੁਣ ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਕਿ ਬੰਦੇ ਕੋਲ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਜਾਂ ਖਬਰ ਆਉਂਦੀ ਆ, ਉਹ ਮੁਮਕਿਨ ਆ ਸਹੀ 100% ਸਹੀ ਹੋਵੇ, ਲੇਕਿਨ ਅਗਰ ਉਸ ਖਬਰ ਨੂੰ ਛੁਪਾ ਲਿੱਤਾ ਜਾਂਦਾ ਔਰ ਗੌਰਮੈਂਟ ਇਹ ਕਹਿੰਦੀ ਆ ਜਾਂ ਕੋਈ ਮੁਤਲਕਾ ਜਿਹੜੇ ਹੈ ਨੇ ਆਪਣੇ ਕਾਨੂੰਨ ਨਾਫਜ਼ ਕਰਨ ਵਾਲਾ ਅਦਾਰਾ, ਉਹ ਕਹਿੰਦਾ ਜੀ ਤੁਸੀਂ ਇਹ ਜਿਹੜੀ ਖਬਰ ਆ ਗਲਤ ਦਿੱਤੀ ਆ, ਲਿਹਾਜ਼ਾ ਅਸੀਂ ਤੁਹਾਨੂੰ ਇਹ 'ਚ ਗ੍ਰਿਫਤ ਕਰਾਂਗੇ, ਤਾਂ ਬੜਾ ਅਜੀਬ ਜਿਹਾ ਮਾਮਲਾ ਬਣ ਜਾਂਦਾ। ਕਿਉਂਕਿ ਰਿਪੋਰਟਰ ਜਿਹੜਾ ਉਹ ਆਪਣਾ ਸੋਰਸ ਨਹੀਂ ਦੱਸੇਗਾ, ਉਹ ਕਦੀ ਵੀ ਨਹੀਂ ਦੱਸੇਗਾ ਕਿ ਮੇਰਾ ਸੋਰਸ ਹੈ ਸੀ ਖਬਰ ਦਾ, ਕਿਉਂਕਿ ਅਗਰ ਉਹ ਸੋਰਸ ਦੱਸ ਦਿੰਦਾ ਆਇਦਾ ਉਹਨੂੰ ਕੋਈ ਖਬਰ ਨਹੀਂ ਆਉਣੀ। ਹੁਣ ਇਸ ਵਾਸਤੇ ਇੱਥੇ ਆਣ ਕੇ ਇਹ ਮਾਮਲਾਤ ਬਣ ਗਏ ਨੇ, ਅਗਰ ਉਹ ਸੋਰਸ ਦੱਸਦਾ ਉਹਨੂੰ ਆਇਦਾ ਖਬਰ ਨਹੀਂ ਮਿਲਣੀ, ਅਗਰ ਉਹ ਸੋਰਸ ਨਹੀਂ ਦੱਸਦਾ ਤੇ ਉਹ ਪੀਕਾ ਜਿਹੜਾ ਜਨਾਬ ਜਿਹੜਾ ਉਹਦੇ ਮਗਰ ਚੜ ਜਾਏਗਾ। ਹੁਣ ਇਹ ਪੀਕੇ ਨੇ ਕੀ ਕਰਨਾ? ਇਹਨੇ ਫੀਕੇ ਵਾਲਾ ਕੰਮ ਕਰਨਾ। ਇਹਨੇ ਹਰ ਰਿਪੋਰਟਰ ਨੂੰ, ਹਰ ਜਰਨਲਿਸਟ ਨੂੰ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ, ਉਹਦੇ ਵਾਸਤੇ ਇਹਨੇ ਅਜ਼ਾਬ ਬਣ ਜਾਣਾ ਔਰ ਹਰ ਮਾਮਲੇ 'ਚ ਇਸ ਪੀਕੇ ਨੇ ਉਹਦੀਆਂ ਲੱਤਾਂ ਫੜ ਕੇ ਰੱਖਣੀਆਂ ਨੇ, ਉਹਨੂੰ ਗ੍ਰਿਫਤ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਨਾ ਇਮਾਨਦਾਰੀ ਨਾਲ ਰਿਪੋਰਟਿੰਗ ਕਰੇ
ना ईमानदारी ਨਾਲ ਕੋਈ ਗੱਲ ਕਰੇ, ਨਾ ਉਹ ਸੱਚ ਬੋਲ ਸਕੇ, ਨਾ ਉਹ ਸੱਚ ਕਹਿ ਸਕੇ ਔਰ ਨਾ ਹੀ ਸੱਚ ਦਾ ਉਹ ਸਾਥ ਦੇ ਸਕੇ। ਦੋਸਤੋ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਕਿਸੇ ਵੀ ਸੁਲਝੇ ਹੋਏ ਅਦਾਰਿਆਂ 'ਚ ਜਾਂ ਸੁਲਝੀ ਹੋਈ ਦੁਨੀਆ 'ਚ ਜਾਂ ਸੁਲਝੇ ਹੋਏ ਮੁਲਕਾਂ 'ਚ ਇਸ ਤਰ੍ਹਾਂ ਹੁੰਦਾ ਕਿ ਬੰਦਾ ਗੱਲ ਹੀ ਨਾ ਕਰ ਸਕੇ, ਉਹ ਬੋਲ ਹੀ ਨਾ ਸਕੇ, ਉਹ ਕਹਿ ਹੀ ਨਾ ਸਕੇ। ਬੜਾ ਅਜੀਬੋ-ਗਰੀਬ ਮਾਮਲਾ, ਬੜੇ ਅਜੀਬ ਘੁਟਨ ਦਾ ਮਾਹੌਲ ਦਿਨ ਦਿਨ ਬਣਦਾ ਜਾ ਰਿਹਾ। ਔਰ ਇਹਦੇ ਪਿੱਛੇ ਕੌਣ ਆ? ਇਹ ਅੱਲਾ ਹੀ ਜਾਣਦਾ ਕੌਣ ਆ। ਅਸੀਂ ਤੇ ਇਹੀ ਜਾਣਦੇ ਆ, ਅਸੀਂ ਤੇ ਇਹੀ ਕਹਿੰਦੇ ਆ, ਇਹ ਜੋ ਬਣ ਰਿਹਾ, ਜੋ ਕਾਨੂੰਨ ਸਾਜ਼ੀ ਹੋ ਰਹੀ ਆ, ਇਹ ਸਾਡੀ ਸੋ ਕਾਲ ਜਿਹੜੀ ਹੈ ਅਸੈਂਬਲੀਆਂ ਜਾਂ ਸੈਨੇਟ ਇਹ ਕਰ ਰਹੇ ਨੇ। ਇਹ ਕੌਣ ਕਰਵਾ ਰਿਹਾ ਨਾ ਕੋਈ, ਜਾਂ ਕਿਉਂ ਇਹ ਕਰ ਰਹੇ ਨੇ? ਹੁਣ ਸਾਨੂੰ ਤੇ ਸਿੱਧੇ ਜੇ ਲੋਕ ਆ, ਸਾਨੂੰ ਤੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਕਿਉਂ ਹੋ ਰਹੇ ਨੇ ਤੇ ਕੌਣ ਕਰਵਾ ਰਿਹਾ ਜਾਂ ਕਿਸ ਤਰ੍ਹਾਂ ਹੋ ਰਿਹਾ। ਸਾਨੂੰ ਤੇ ਸਿਰਫ ਇਹ ਪਤਾ ਕਿ ਮੌਜੂਦਾ ਜਿਹੜੇ ਸਾਡੇ ਤੇ ਨਾਫਜ਼ਸ਼ੁਦਾ ਗਵਰਨਮੈਂਟ ਆ, ਇਸ ਨੇ ਹੀ ਸਭ ਕੁਝ ਕਰਨਾ ਵੇ, ਇਹੀ ਸਭ ਕੁਝ ਕਰ ਰਹੀ ਆ ਔਰ ਇਹੀ ਸਭ ਕੁਝ ਕਰਦੀ ਜਾ ਰਹੀ ਆ। ਲਿਹਾਜ਼ਾ ਮੈਂ ਦੋਸਤੋ ਆਪਣੀ ਤਰਫੋਂ ਔਰ ਆਪਣੇ ਦੋਸਤਾਂ ਦੀ ਤਰਫੋਂ ਵੀ ਇਹਨਾਂ ਲੋਕਾਂ ਨੂੰ ਜਿਹੜੇ ਹਕੂਮਤ 'ਚ ਬੈਠੇ ਨੇ ਇੱਕ ਗੁਜ਼ਾਰਿਸ਼ ਕਰਾਂਗਾ, ਦਸਤਬਸਤਾ ਅਰਜ਼ ਕਰਾਂਗਾ ਕਿ ਜੋ ਤੁਸੀਂ ਇਹ ਪੀਕੇ ਫੀਕੇ ਪੀਗੇ ਬਣਾ ਰਹੇ ਹੋ ਨਾ, ਇਹ ਕੱਲ ਨੂੰ ਇਸ ਰਿਪੋਰਟਰਾਂ ਨੇ ਜਿਹੜਾ ਕਾਬੂ ਆਉਣਾ ਸੋਣਾ, ਇਹ ਕੱਲ ਨੂੰ ਇਹ ਤੁਸੀਂ ਸਾਰੇ ਵਿੱਚ ਕਾਬੂ ਆਉਣਾ। ਔਰ ਹਕੀਕਤ ਇਹ ਆ ਕਿ ਇੱਕ ਦੌਰ ਸੀ ਪੀਪਲ ਪਾਰਟੀ ਬੜਾ ਜ਼ੋਰ ਲਾਉਂਦੀ ਸੀ ਕਿ ਮੀਆਂ ਸਾਹਿਬ ਇਹ ਜਿਹੜਾ ਹੈ ਨਾ ਨੈਬ ਕਾਨੂੰਨ ਨੂੰ ਖਤਮ ਕਰ ਦਿਓ। ਮੀਆਂ ਸਾਹਿਬ ਕਹਿੰਦੇ ਮੈਂ ਨੈਬ ਨਹੀਂ ਖਤਮ ਕਰਨਾ, ਮੈਂ ਨੈਬ ਨਹੀਂ ਖਤਮ ਕਰਨਾ। ਉਦੋਂ ਮੀਆਂ ਸਾਹਿਬ ਨੂੰ ਇਹ ਸੀ ਕਿ ਸਿਰਫ ਪੀਪਲ ਪਾਰਟੀ ਉੱਤੇ ਕਾਬੂ ਆ ਰਹੀ ਆ। ਲੇਕਿਨ ਜਦੋਂ ਸ਼ਿਕੰਜਾ ਮੀਆਂ ਸਾਹਿਬ ਤੇ ਚੜਿਆ, ਛੋਟੇ ਮੀਆਂ ਤੇ ਚੜਿਆ, ਉਸ ਤੋਂ ਛੋਟੇ ਤੇ ਚੜਿਆ, ਉਹਨਾਂ ਕਿਹਾ ਜੀ ਨੈਬ ਨੂੰ ਉਂਝ ਮਕਾਓ ਵਿੱਚੋਂ। ਹੁਣ ਕੀ ਕੀਤਾ? ਨੈਬ ਦੇ ਦੰਦ ਸ਼ੰਦ ਤੋੜ ਕੇ ਉਹ ਚ 2-3 ਚੀਜ਼ਾਂ ਇਹ ਐਡ ਕਰ ਲਈਆਂ ਕਿ ਜਿਹੜੀਆਂ ਜਨਾਬ ਫੜ ਕੇ ਸਿਰਫ ਇਮਰਾਨ ਖਾਨ ਤੇ ਪੀਟੀਆਈ ਨੂੰ ਤੰਗ ਕਰਨਾ। ਦੇਖੋ, ਸਾਡਾ ਬੜਾ ਹੀ ਸਿੱਧੀ ਜੀ ਇੱਕ ਗੱਲ ਹੈ, ਤੁਸੀਂ ਅੱਜ ਜੋ ਕੁਝ ਕਰਨਾ ਨਾ ਉਹ ਕੱਲ ਨੂੰ ਤੁਸੀਂ ਭੁਗਤਣਾ ਵੀ ਹੈ। ਔਰ ਇਹ ਤੇ ਇੱਕ ਬੜਾ ਸੋਹਣਾ ਗੱਲ ਫਿੱਟ ਆਉਂਦੀ ਆ ਕਿ ਇੱਕ ਦੋ ਲੋਕ ਆਮਣੇ ਸਾਹਮਣੇ ਉਹਨਾਂ ਦਾ ਘਰ ਸੀ ਜਾਂ ਨਾਲ ਨਾਲ ਉਹਨਾਂ ਦਾ ਘਰ ਸੀ ਤੇ ਇੱਕ ਫਰਿਸ਼ਤਾ ਇੱਕ ਦਿਨ ਇੱਕੋ ਆਇਆ, ਇੱਕ ਲਤੀਫਾ ਸਮਝ ਲਓ, ਜਾਂ ਇੱਕ ਉਹਦੇ ਕੋਲਾ ਦਾ ਬੰਦਾ ਇੱਕ ਆਇਆ। ਉਹਨੇ ਕਿਹਾ ਯਾਰ ਤੂੰ ਇਹ ਦੱਸ ਕਿ ਤੇਰੀ ਮੈਂ ਖਾਹਿਸ਼ ਪੂਰੀ ਕਰ ਦਿੰਦਾ ਜਿਹੜੀ ਤੂੰ ਕਹੇਗਾ, ਲੇਕਿਨ ਮੁਸੀਬਤ ਇਹ ਆ ਵੀ ਜਿਹੜਾ ਤੇਰਾ ਨਾਲ ਰਹਿੰਦਾ ਨਾ ਤੇਰਾ ਦੁਸ਼ਮਣ, ਅਸੀਂ ਉਹਨੂੰ ਦੂਣਾ ਉਸ ਤੋਂ ਦੇਣਾ। ਉਹਨੇ ਸੋਚ ਸੋਚ ਕੇ ਕਿਹਾ ਕਿ ਜੇ ਮੈਂ ਫਾਇਦਾ ਸਿਰਫ 100 ਰੁਪਏ ਦਾ ਲੈਣਾ ਤਾਂ ਤੂੰ ਉਸਨੂੰ 200 ਰੁਪਏ ਦਾ ਫਾਇਦਾ ਮਿਲਣਾ। ਇਹ ਤੇ ਬੜਾ ਕੰਮ ਖਰਾਬ ਹੋਣਾ। ਕਿਉਂ? ਨਵਾਜ਼ ਸਾਹਿਬ ਇਸ ਤਰ੍ਹਾਂ ਹੀ ਆ ਨਾ ਕਿ ਦੁਸ਼ਮਣ ਨੂੰ ਤਾਂ ਫਾਇਦਾ ਨਹੀਂ ਹੋਣਾ ਚਾਹੀਦਾ। ਅੱਛਾ, ਉਹਨੇ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਜੀ, ਮੇਰੇ ਦਰਵਾਜ਼ੇ ਦੇ ਅੱਗੇ ਇੱਕ ਟੋਇਆ ਕਰ ਦਿਓ, ਵੱਡਾ ਡੂੰਘਾ ਸਾਰਾ ਟੋਇਆ ਕਰ ਦਿਓ। ਉਹਨੇ ਕਿਹਾ ਠੀਕ ਆ। ਉਹਨਾਂ ਇੱਕ ਟੂਆ ਉਹਦੇ ਦਰਵਾਜ਼ੇ ਦੇ ਅੱਗੇ ਕੱਢਤਾ ਤੇ 2 ਟੂਏ ਉਹਦੇ ਦੁਸ਼ਮਣ ਦੇ ਅੱਗੇ ਕੱਢਤੇ। ਗੜੇ, ਟੋਏ ਦਾ ਮਤਲਬ ਗੜੇ, ਵੱਡੇ ਗੜੇ ਕੱਢਤੇ। ਦੂਸਰੇ ਉਹਨੇ ਕਿਹਾ ਮੇਰੀ ਇੱਕ ਕੱਢ ਦਿਓ। ਅਲਟੀਮੇਟਲੀ ਦੂਸਰੇ ਦੀ ਦੋਨੋਂ ਅੱਖਾਂ ਜਾਣੀਆਂ ਸੀ। ਹੋਇਆ ਕੀ ਕਿ ਉਹਨੇ ਉਹਦੇ ਕੋਲ ਦੁਸ਼ਮਣੀ ਲੈਣ ਵਾਸਤੇ ਆਪਣੇ ਅੱਗੇ ਟੋਇਆ ਵੀ ਕਢਾ ਲਿਆ ਔਰ ਆਪਣੀ ਅੱਖ ਵੀ ਇੱਕ ਜ਼ਾਇਆ ਕਰ ਲਈ, ਸਿਰਫ ਇਸ ਦੁਸ਼ਮਣੀ 'ਚ ਕਿ ਦੁਸ਼ਮਣ ਨੂੰ ਫਾਇਦਾ ਨਾ ਪਹੁੰਚ ਜਾਏ। ਔਰ ਜੋ ਸਾਡੀਆਂ ਕਾਨੂੰਨ ਸਾਜ਼ੀਆਂ ਹੋ ਰਹੀਆਂ ਨਾ, ਇਹ ਅਗਰਚੇ ਦੁਸ਼ਮਣ ਨੂੰ ਜ਼ੇਰ ਕਰਨ ਵਾਸਤੇ ਔਰ ਦੁਸ਼ਮਣ ਨੂੰ ਖਤਮ ਕਰਨ ਵਾਸਤੇ ਹੋ ਰਹੀਆਂ ਨੇ, ਲੇਕਿਨ ਹਕੀਕਤ ਇਹ ਆ ਕਿ ਜੋ ਅੱਜ ਕਰਨਾ ਉਹ ਕੱਲ ਨੂੰ ਭਰਨਾ, ਜੋ ਅੱਜ ਬੋਣਾ ਉਹ ਕੱਲ ਨੂੰ ਕੱਟਣਾ। ਲਿਹਾਜ਼ਾ ਇਸ ਹਕੂਮਤ ਨੂੰ ਇਹ ਸੋਚਣਾ ਚਾਹੀਦਾ ਕਿ ਜੋ ਅੱਜ ਕਰ ਰਹੇ ਨੇ ਕੱਲ ਨੂੰ ਇਹਨਾਂ ਦੇ ਗਲ 'ਚ ਇਸ ਤਰ੍ਹਾਂ ਹੀ ਸ਼ਿਕੰਜੇ ਆਉਣੇ ਨੇ ਤੇ ਇਹਨਾਂ ਫਿਰ ਐਡੇ ਐਡੇ ਮੂੰਹ ਖੋਲ ਕੇ ਜ਼ੁਬਾਨਾਂ ਬਾਹਰ ਕੱਢ ਕੇ ਚੀਖਣਾ ਕਿ ਸਾਡੇ ਨਾਲ ਕੀ ਹੋ ਰਿਹਾ। ਅੱਲਾਹ ਹਾਫਿਜ਼, ਅਸਲਾਮ ਅਲੈਕੁਮ।